हेलो स्टूडेंट्स, ਅੱਜ ਆਪਾਂ ਦੇਖਦੇ ਹਾਂ ਕੰਟਰੋਲ ਸਟੇਟਮੈਂਟਸ। ਬਾਈ ਡਿਫਾਲਟ ਜਿਹੜਾ ਜਾਵਾ ਦਾ ਪ੍ਰੋਗਰਾਮ ਹੈ ਜਾਂ ਕੋਈ ਵੀ ਪ੍ਰੋਗਰਾਮ ਹੈ ਉਹ ਚੱਲਦਾ ਆਪਣਾ ਸੀਕੁਐਂਸ਼ੀਅਲ ਆਰਡਰ ਦੇ ਵਿੱਚ ਜਾਂ ਲੀਨੀਅਰ ਆਰਡਰ ਦੇ ਵਿੱਚ। ਲੀਨੀਅਰ ਆਰਡਰ ਮਤਲਬ ਲਾਈਕ ਆਪਾਂ ਇੱਕ ਜਾਂ ਕੋਈ ਪ੍ਰੋਗਰਾਮ ਬਣਾਇਆ ਕਿਸੇ ਵੀ ਲੈਂਗੁਏਜ ਦੇ ਵਿੱਚ, ਫਸਟ ਲਾਈਨ, ਸੈਕਿੰਡ, ਥਰਡ, ਫੋਰਥ, ਫਿਫਥ, ਸਿਕਸ, ਸੈਵਨਥ। ਸਿਮਿਲਰਲੀ ਜੋ ਪ੍ਰੋਗਰਾਮ ਚੱਲੂਗਾ ਪਹਿਲਾਂ ਇਹ ਲਾਈਨ ਐਗਜ਼ੀਕਿਊਟ ਹੋਈ, ਫਿਰ ਇਹ ਇੰਝ ਚੱਲਦਾ ਸੀਕੁਐਂਸ਼ੀਅਲ ਜਾਂ ਲੀਨੀਅਰ ਐਗਜ਼ੀਕਿਊਸ਼ਨ। ਆਪਾਂ ਇਹ ਲੀਨੀਅਰ ਐਗਜ਼ੀਕਿਊਸ਼ਨ ਖਤਮ ਕਰ ਸਕਦੇ ਹਾਂ ਜਾਂ ਚੇਂਜ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਕੰਟਰੋਲ ਸਟੇਟਮੈਂਟਸ। C++, ਜਾਵਾ, ਇਹਨਾਂ ਸਾਰਿਆਂ ਦੇ ਵਿੱਚ ਆਲਮੋਸਟ ਉਹ ਸੇਮ ਤਰ੍ਹਾਂ ਦੀ ਹੋਈ ਹੈ। ਹੁਣ ਜੋ ਕੰਟਰੋਲ ਸਟੇਟਮੈਂਟਸ ਹੈ ਉਹ ਫਰਦਰ ਕਲਾਸੀਫਾਈ ਹੁੰਦੀ ਹੈ ਆਪਣੀ ਕੰਡੀਸ਼ਨ ਕੰਟਰੋਲ, ਲੂਪਸ ਜਿਹਨੂੰ ਆਈਟਰੇਟਿਵ ਸਟੇਟਮੈਂਟਸ ਵੀ ਬੋਲਦੇ ਆ, ਤੇ ਬ੍ਰਾਂਚਿੰਗ। ਇਹ ਤਿੰਨ ਮੇਨ ਟਾਈਪਸ ਆ ਆਪਣੀਆਂ ਕੰਟਰੋਲ ਸਟੇਟਮੈਂਟਸ। ਕੰਟਰੋਲ ਸਟੇਟਮੈਂਟਸ ਨੂੰ ਆਪਾਂ ਬਰੋਡਲੀ ਡਿਵਾਈਡ ਕਰਦੇ ਹਾਂ ਤਿੰਨ ਪਾਰਟਸ ਦੇ ਵਿੱਚ: ਕੰਡੀਸ਼ਨ ਕੰਟਰੋਲ ਸਟੇਟਮੈਂਟਸ, ਲੂਪਿੰਗ ਸਟੇਟਮੈਂਟਸ ਜਿਸ ਨੂੰ ਆਪਾਂ ਆਈਟਰੇਟਿਵ ਸਟੇਟਮੈਂਟਸ ਵੀ ਬੋਲ ਦਿੰਦੇ ਹਾਂ, ਤੇ ਬ੍ਰਾਂਚਿੰਗ ਸਟੇਟਮੈਂਟਸ। ਜਿਹੜੇ ਅੱਜ ਵਾਲੇ ਆਪਣੇ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਕੰਡੀਸ਼ਨ ਕੰਟਰੋਲ ਸਟੇਟਮੈਂਟਸ। ਹੁਣ ਕੰਡੀਸ਼ਨ ਕੰਟਰੋਲ ਸਟੇਟਮੈਂਟਸ ਕਿਹੜੀਆਂ ਹਨ ਆਪਣੀਆਂ? ਜਿਹੜੇ ਫਸਟ ਪਾਰਟ ਹੈ ਆਪਣਾ ਕੰਡੀਸ਼ਨ ਕੰਟਰੋਲ ਸਟੇਟਮੈਂਟਸ ਦੇ ਵਿੱਚ ਆਉਂਦੀ ਹੈ ਆਪਣੀ ਇਫ ਸਟੇਟਮੈਂਟ, ਇਫ ਐਲਸ, ਇਫ ਐਲਸ ਇਫ, ਸਵਿਚ ਕੇਸ ਤੇ ਨੈਸਟਡ ਇਫ। ਇਹ ਸਾਰੀ ਕਿਹੜੀ ਹੈ ਆਪਣੀ ਕੰਡੀਸ਼ਨ ਕੰਟਰੋਲ ਦੇ ਵਿੱਚ। ਸਿਮਿਲਰਲੀ ਜਿਹੜੀ ਆਪਣੀ ਲੂਪਿੰਗ ਹੈ ਜਾਂ ਬ੍ਰਾਂਚਿੰਗ ਹੈ ਉਹ ਤਿੰਨ ਤਰ੍ਹਾਂ ਦੀ ਹੈ: ਵਾਈਲ, ਡੂ ਵਾਈਲ ਤੇ ਫੋਰ। ਐਂਡ ਜੋ ਆਪਣੀ ਜੋ ਲੂਪਿੰਗ ਜਾਂ ਆਈਟਰੇਟਿਵ ਸਟੇਟਮੈਂਟਸ ਹੈ ਉਹ ਹੈਗੀ ਵਾਈਲ, ਡੂ ਵਾਈਲ ਤੇ ਫੋਰ ਲੂਪ। ਜੋ ਬ੍ਰਾਂਚਿੰਗ ਹੈ ਉਹ ਹੈ ਆਪਣੀ ਬ੍ਰੇਕ, ਕੰਟੀਨਿਊ ਤੇ ਗੋ ਟੂ। ਜਿਹੜੀ ਜਾਵਾ ਹੈ, ਜਾਵਾ ਦੇ ਵਿੱਚ ਗੋ ਟੂ ਸਟੇਟਮੈਂਟ ਨਹੀਂ ਹੁੰਦੀ, ਉਸ ਦੀ ਰਿਪਲੇਸਮੈਂਟ ਹੈ ਜਾਵਾ ਦੇ ਵਿੱਚ ਲੇਬਲਡ ਬ੍ਰੇਕ ਐਂਡ ਲੇਬਲਡ ਕੰਟੀਨਿਊ। ਜੋ ਕੰਟਰੋਲ ਸਟੇਟਮੈਂਟਸ ਹੈ ਉਹਨੂੰ ਤਿੰਨ ਪਾਰਟਸ 'ਚ ਵੰਡਤਾ ਹੈ: ਕੰਡੀਸ਼ਨ ਕੰਟਰੋਲ, ਲੂਪਿੰਗ ਤੇ ਬ੍ਰਾਂਚਿੰਗ। ਜਿਹੜੀ ਕੰਡੀਸ਼ਨ ਹੈ ਉਸ ਨੂੰ ਫਰਦਰ ਡਿਵਾਈਡ ਆਪਾਂ ਕਰ ਸਕਦੇ, ਕਲਾਸੀਫਾਈ ਕਰ ਸਕਦੇ: ਇਫ ਸਟੇਟਮੈਂਟ, ਇਫ ਐਲਸ, ਇਫ ਐਲਸ ਇਫ, ਸਵਿਚ ਕੇਸ ਤੇ ਨੈਸਟਡ ਇਫ। ਲੂਪਿੰਗ ਦੇ ਵਿੱਚ ਆ ਗਈ ਵਾਈਲ, ਡੂ ਵਾਈਲ ਤੇ ਫੋਰ। ਬ੍ਰਾਂਚਿੰਗ ਦੇ ਵਿੱਚ ਆ ਗਈ ਬ੍ਰੇਕ, ਕੰਟੀਨਿਊ, ਲੇਬਲਡ ਬ੍ਰੇਕ ਐਂਡ ਲੇਬਲਡ ਕੰਟੀਨਿਊ। ਗੋ ਟੂ ਸਟੇਟਮੈਂਟ ਜਿਹੜੀ ਹੈ ਉਹ ਜਾਵਾ 'ਚ ਹੁੰਦੀ ਨਹੀਂ, ਕਿਉਂਕਿ ਜਿਹੜੀ ਗੋ ਟੂ ਸਟੇਟਮੈਂਟ ਹੈ ਉਹ ਪ੍ਰੋਗਰਾਮ ਦੀ ਰੀਡੇਬਿਲਿਟੀ ਨੂੰ ਘਟਾਉਂਦੀ ਹੈ। ਅੱਜ ਜੋ ਹੈ ਆਪਾਂ ਕਰਾਂਗੇ ਅੱਜ ਵਾਲੀ ਕਲਾਸ ਦੇ ਵਿੱਚ ਅੱਜ ਵਾਲੀ ਕਲਾਸ 'ਚ ਆਪਾਂ ਸਿੰਪਲ ਪਹਿਲਾ ਪਾਰਟ ਕਰਦੇ ਹਾਂ ਕੰਡੀਸ਼ਨ ਕੰਟਰੋਲ ਸਟੇਟਮੈਂਟਸ। ਜਿਹੜੀਆਂ ਫਸਟ ਹੈ ਕੰਡੀਸ਼ਨ ਕੰਟਰੋਲ ਸਟੇਟਮੈਂਟਸ। ਕੰਡੀਸ਼ਨ ਕੰਟਰੋਲ ਸਟੇਟਮੈਂਟਸ, ਜਦੋਂ ਕੰਟਰੋਲ ਸਟੇਟਮੈਂਟਸ ਆਉਂਦੀਆਂ ਐਗਜ਼ਾਮ ਦੇ ਵਿੱਚ ਵੀ ਐਕਸਪਲੇਨ ਕੰਟਰੋਲ ਸਟੇਟਮੈਂਟਸ, ਫਿਰ ਆਪਾਂ ਤਿੰਨੇ ਕਰਨੀਆਂ ਹੈ: ਕੰਡੀਸ਼ਨ ਕੰਟਰੋਲ ਵੀ, ਲੂਪਿੰਗ ਵੀ ਤੇ ਬ੍ਰਾਂਚਿੰਗ ਵੀ। ਜਦੋਂ ਕੱਲੀਆਂ ਕੰਡੀਸ਼ਨ ਕੰਟਰੋਲ ਆਉਂਦੀਆਂ ਫਿਰ ਆਪਾਂ ਇਕੱਲਾ ਇਫ ਐਲਸ ਵਗੈਰਾ ਹੀ ਡਿਸਕਸ ਕਰਨਾ ਹੈ। ਉਦੋਂ ਫਿਰ ਆਪਾਂ ਨੂੰ ਫੋਰ ਵਗੈਰਾ ਡਿਸਕਸ ਕਰਨ ਦੀ ਲੋੜ ਨਹੀਂ ਜਦੋਂ ਆਪਣੀ ਐਗਜ਼ਾਮ ਦੇ ਵਿੱਚ ਕੰਡੀਸ਼ਨ ਕੰਟਰੋਲ ਆਉਂਦੀ ਹੈ। ਹੁਣ ਜੋ ਕੰਡੀਸ਼ਨ ਕੰਟਰੋਲ ਹੈ ਉਹਦੇ ਵਿੱਚ ਫਸਟ ਆਪਾਂ ਦੇਖੀਏ ਇਫ, ਸੈਕਿੰਡ ਹੈ ਇਫ ਐਲਸ। ਲਾਈਕ ਆਪਾਂ ਸਿੰਪਲ ਪ੍ਰੋਗਰਾਮ ਦੇਖੀਏ ਗ੍ਰੇਟੈਸਟ ਫਰੋਮ 2 ਨੰਬਰ, ਫਰੋਮ 2 ਨੰਬਰਸ ਵਾਲਾ ਮਤਲਬ ਦੋ ਨੰਬਰ ਆਪਣੇ ਕੋਲ A ਐਂਡ B, ਆਪਾਂ ਇਹ ਪ੍ਰਿੰਟ ਕਰਨਾ ਦੋਨਾਂ ਚੋਂ ਗ੍ਰੇਟਰ ਕਿਹੜਾ ਹੈ। ਆਪਾਂ ਲਿਖਤਾ ਇਫ A greater than B, ਕਰਲੀ ਬ੍ਰੇਸਿਸ, ਇਸ ਨੂੰ ਕਹਿੰਦੇ ਬਲੌਕ ਆਫ ਕੋਡ, ਸਿਸਟਮ ਡਾਟ ਆਊਟ ਡਾਟ ਪ੍ਰਿੰਟ A is greater, if B greater than A, ਫਿਰ ਆਪਾਂ ਕਰਤਾ ਸਿਸਟਮ ਡਾਟ ਆਊਟ B is greater। ਜੋ ਇਫ ਹੈ ਲਾਈਕ ਆਪਾਂ ਕਿ ਬਾਈ ਡਿਫਾਲਟ ਸੀਕੁਐਂਸ਼ੀਅਲ ਆਰਡਰ, ਲੀਨੀਅਰ ਆਰਡਰ 'ਚ ਪ੍ਰੋਗਰਾਮ ਚੱਲ ਰਿਹਾ, ਆਪਣਾ ਕੁਝ ਪਾਰਟ ਹੈ ਸਪੋਜ਼ ਪ੍ਰੋਗਰਾਮ ਦਾ, ਉਹ ਕੇਵਲ ਆਪਾਂ ਉਦੋਂ ਚਲਾਉਣਾ ਚਾਹੁੰਦੇ ਹਾਂ ਜਦੋਂ ਕੋਈ ਕੰਡੀਸ਼ਨ ਟਰੂ ਜਾਂ ਫਾਲਸ ਹੋਵੇ। ਮਤਲਬ ਕਿਸੇ ਕੰਡੀਸ਼ਨ ਦੇ ਅਕੋਰਡਿੰਗ ਆਪਾਂ ਇਹ ਪਾਰਟ ਚਲਾਉਣਾ ਚਾਹੁੰਦੇ ਹਾਂ, ਹਰ ਵਾਰ ਨਹੀਂ ਚਲਾਉਣਾ ਚਾਹੁੰਦੇ, ਉਦੋਂ ਆਪਾਂ ਯੂਜ਼ ਕਰਦੇ ਹਾਂ ਕੰਡੀਸ਼ਨ ਕੰਟਰੋਲ ਸਟੇਟਮੈਂਟ। ਉਹਨਾਂ ਦੇ ਵਿੱਚੋਂ ਪਹਿਲੀ ਕਿਹੜੀ ਹੈ ਇਫ। ਉਹਦਾ ਸਿੰਟੈਕਸ ਕੀ ਹੈ? ਇਫ ਇਹਦੇ ਵਿੱਚ ਆ ਜਾਂਦੀ ਹੈ ਆਪਣੀ ਕੰਡੀਸ਼ਨ, ਕੰਡੀਸ਼ਨ ਆਪਾਂ ਯੂਜ਼ ਕਰਦੇ ਹਾਂ ਰਿਲੇਸ਼ਨਲ ਆਪਰੇਟਰ ਦੇ ਨਾਲ, ਤੇ ਇਸ ਦੇ ਵਿੱਚ ਆਉਂਦੀਆਂ ਆਪਣੀਆਂ ਸਟੇਟਮੈਂਟਸ,
स्टेटमेंट्स ये कदों एग्जीक्यूट होणगियां जदों ये कंडीशन ट्रू हुई। जे ये फॉल्स हुई फिर अपनी स्टेटमेंट्स नहीं चलणगियां। जिवें आपां एक छोटी जी एग्जाम्पल देखिए, सपोज आपां एक कहिए इनपुट ए नंबर प्रिंट गुड। लाइक अपना एक नंबर है इंटीजर ए, इनपुट करना है उन्होंने ਸਕੈਨਰ ਨਾਲ ਜਾਂ ਬਫਰ ਰੀਡਰ ਨਾਲ, ਜਿਵੇਂ ਆਪਾਂ ਲਾਸਟ ਲੈਕਚਰ 'ਚ ਦੇਖਿਆ ਸੀ। ਆਪਾਂ ਸਿੰਪਲ ਇੱਥੇ ਇਹ ਲਿਖ ਲੈਂਦੇ ਹਾਂ ਕੋਈ ਵੀ ਵੈਲਿਊ ਹੈ ਇਹਦੀ ਤੇ ਪ੍ਰਿੰਟ ਕਰਨਾ ਹੈ ਗੁੱਡ। ਕੁਐਸਚਨ ਕੀ ਹੈ? ਇਨਪੁਟ ਏ ਨੰਬਰ ਪ੍ਰਿੰਟ ਗੁੱਡ। ਇਹ ਸਿੰਪਲ ਪ੍ਰੋਗਰਾਮ ਹੈ, ਇੱਕ ਨੰਬਰ ਹੈ ਤੇ ਪ੍ਰਿੰਟ ਕਰਤਾ ਆਪਾਂ ਗੁੱਡ। ਅਗਰ ਇਸ ਕੁਐਸਚਨ ਨੂੰ ਮੈਂ ਥੋੜਾ ਜਿਹਾ ਮੋਡੀਫਾਈ ਕਰਾਂ, ਇਨਪੁਟ ਏ ਨੰਬਰ ਪ੍ਰਿੰਟ ਗੁੱਡ ਇਫ ਨੰਬਰ ਗ੍ਰੇਟਰ ਦੈਨ 5। मतलब ਜਿਹੜਾ ਗੁੱਡ ਹੈ ਇਹ ਪਾਰਟ ਹੈ, ਇਹ ਪਾਰਟ ਕਦੋਂ ਚੱਲੇ? ਓਨਲੀ ਇਫ a is greater than 5। ਦਿਸ ਮੀਨਸ ਮੈਂ ਇੱਥੇ ਕੰਡੀਸ਼ਨ ਲਗਾਉਂਗਾ ਇਫ a greater than 5। ਜਦੋਂ a ਕੀ ਹੈ 5 ਤੋਂ ਗ੍ਰੇਟਰ ਹੈ ਉਦੋਂ ਹੀ ਇਹ ਪਾਰਟ ਐਗਜ਼ੀਕਿਊਟ ਹੋਵੇ, ਨਹੀਂ ਤਾਂ ਇਹ ਪਾਰਟ ਐਗਜ਼ੀਕਿਊਟ ਨਾ ਹੋਵੇ। ਇਹ ਚੀਜ਼ ਕੀ ਆਪਣੀ ਇਫ ਸਟੇਟਮੈਂਟ ਮੀਨਸ ਇਫ ਸਟੇਟਮੈਂਟ ਉਦੋਂ ਯੂਜ਼ ਹੁੰਦੀ ਹੈ ਜਦੋਂ ਆਪਾਂ ਕੋਈ ਚੀਜ਼ ਐਗਜ਼ੀਕਿਊਸ਼ਨ ਕਿਸੇ ਕੰਡੀਸ਼ਨ ਦੇ ਅਕੋਰਡਿੰਗ ਕਰਨੀ ਹੈ। ਲਾਈਕ ਕੁਐਸਚਨ ਕੀ ਹੈ? ਇਨਪੁਟ ਏ ਨੰਬਰ ਪ੍ਰਿੰਟ ਗੁੱਡ ਇਫ ਨੰਬਰ ਗ੍ਰੇਟਰ ਦੈਨ 5। ਮਤਲਬ ਹੁਣ ਇਹ ਜਿਹੜਾ ਗੁੱਡ ਹੈ ਉਦੋਂ ਹੀ ਪ੍ਰਿੰਟ ਹੋਊਗਾ ਜਦੋਂ a ਦੀ ਵੈਲਿਊ ਕੀ ਹੈ 5 ਤੋਂ ਅਬਵ ਹੈ। ਲਾਈਕ ਮੈਂ a ਕਰਤਾ 2, ਹੁਣ ਗੁੱਡ ਨਹੀਂ ਪ੍ਰਿੰਟ ਹੋਊਗਾ। ਅਗਰ ਮੈਂ a ਕਰਤਾ 7, ਹੁਣ ਗੁੱਡ ਪ੍ਰਿੰਟ ਹੋਊਗਾ। ਦਿਸ ਮੀਨਸ ਇਹ ਕਿਸ ਤੇ ਡਿਪੈਂਡ ਹੋ ਗਈਆਂ? ਇਹ ਸਟੇਟਮੈਂਟਸ, ਇਹ ਬਲੌਕ ਆਫ ਕੋਡ ਕਿਸ ਤੇ ਡਿਪੈਂਡ ਹੋ ਗਿਆ? ਇਸ ਇਫ ਤੇ ਡਿਪੈਂਡ ਹੋ ਗਿਆ। ਠੀਕ ਹੈ ਨਾ? ਇਸ ਚੀਜ਼ ਨੂੰ ਇਸ ਕਰਕੇ ਇਸ ਨੂੰ ਕਹਿੰਦੇ ਆ ਕੰਡੀਸ਼ਨ ਕੰਟਰੋਲ ਸਟੇਟਮੈਂਟਸ, ਮਤਲਬ ਕਿਸੇ ਕੰਡੀਸ਼ਨ ਦੇ ਅਕੋਰਡਿੰਗ ਹੀ ਕੰਟਰੋਲ ਹੋ ਰਹੀਆਂ ਸਟੇਟਮੈਂਟ। ਆਪਾਂ ਇਸ ਦਾ ਇੱਕ ਪ੍ਰੋਗਰਾਮ ਬਣਾ ਕੇ ਦੇਖਦੇ ਹਾਂ, ਦੈਨ ਇਸ ਨੂੰ ਆਪਾਂ ਅੱਗੇ ਸਮਝਾਂਗੇ। ਲਾਈਕ ਜੋ ਇਸ ਦਾ ਪ੍ਰੋਗਰਾਮ ਹੈ ਆਪਾਂ ਉਹ ਦੇਖਦੇ, ਇੱਕ ਐਗਜ਼ਾਮਪਲ ਬਣਾ ਕੇ ਦੇਖ ਲੈਂਦੇ ਛੋਟੀ ਜੀ। ਪਬਲਿਕ ਸਟੈਟਿਕ ਵੋਇਡ ਮੇਨ ਸਕੈਨਰ क्लास इनपुट करने लिए एंटर वैल्यू ऑफ ए इज इक्वल टू स्कैनर डॉट नेक्स्ट लाइन गुड। मतलब इनपुट ए नंबर प्रिंट गुड। एग्जीक्यूशन किवें होगी प्रोग्राम की? एक नंबर लिया ते प्रिंट की हो गया गुड। कोई भी नंबर एंटर कर रहे हैं कि प्रिंट हो रहा गुड हो रहा। प्रोग्राम एग्जीक्यूट करने तो बिना करता -44 फिर भी की प्रिंट हो रहा गुड। ठीक है ना? मतलब कोई भी वैल्यू ते गुड प्रिंट हो रहा। बट हुण अपनी रिक्वायरमेंट आपां की कहने भी गुड कदों प्रिंट होवे? जे नंबर की है ग्रेटर दैन 10। मतलब कल्ला यह गुड जो है जिहड़ा कल्ली यह स्टेटमेंट है यह कल्ली इफ दे विच आऊगी। इफ ए ग्रेटर दैन 10 फिर की प्रिंट होगी गुड, ਜਾਂ ग्रेटर दैन 5 जो अपनी रिक्वायरमेंट है। अगर आप 44 किया है गुड, अगर आप किया 2 फिर कुछ नहीं प्रिंट होया। ठीक है ना? अगर माइनस किया फिर भी कुछ नहीं प्रिंट होया, क्योंकि गुड कदों प्रिंट होना है? इफ नंबर की है ग्रेटर दैन की होवे 5 होवे। अगर आप करना है इफ नंबर लैस दैन 5 है फिर आप प्रिंट करना सपोज बैड, तो आप इत्थे कर देंगे अगर ग्रेटर दैन 10 है तो गुड, इफ लैस दैन 10 है तो आप सिस्टम डॉट आउट डॉट प्रिंट की करते हैं, आप इत्थे प्रिंट करता है बैड। अगर ग्रेटर दैन 10 है गुड, अगर लैस दैन ग्रेटर दैन 5 है तो गुड, अगर लैस दैन 5 है तो की है बैड। 4 ते की है बैड। हम 5 ते की आंसर आऊगा? अगर आप 5 एंटर करिए, हुण इस केस च आप देखिए इफ ए ग्रेटर दैन 5, ए 5 तो ग्रेटर है नो, तो गुड भी नहीं प्रिंट होगा। ए लैस दैन 5 है नो,
ਤਾਂ ਬੈਡ ਵੀ ਨਹੀਂ ਪ੍ਰਿੰਟ ਹੋਊਗਾ। ਇਸ ਕੇਸ 'ਚ ਕੀ ਆਊਗਾ, ਬਲੈਂਕ। ਮਤਲਬ ਆਪਾਂ ਦੋ ਵੈਲਿਊਜ਼ ਹੀ ਲਿਖੀਆਂ, ਗ੍ਰੇਟਰ ਦੈਨ 5 ਤੇ ਗੁੱਡ ਪ੍ਰਿੰਟ ਹੋ ਜੇ, ਲੈਸ ਦੈਨ 5 ਤੇ ਬੈਡ ਪ੍ਰਿੰਟ ਹੋ ਜੇ। ਅਗਰ ਆਪਾਂ 5 ਤੇ ਵੀ ਬੈਡ ਪ੍ਰਿੰਟ ਕਰਨਾ ਤਾਂ ਆਪਾਂ ਨੂੰ ਲਿਖਣਾ ਪੈਣਾ ਲੈਸ ਦੈਨ ਇਕੁਅਲ ਟੂ 5, ਮਤਲਬ ਚਾਹੇ ਲੈਸ ਦੈਨ ਹੈ ਚਾਹੇ ਇਕੁਅਲ ਟੂ ਉਸ ਤੇ 5 ਪ੍ਰਿੰਟ ਹੋ। ਜਦੋਂ ਆਪਣੀ ਇੱਕ ਕੰਡੀਸ਼ਨ ਹੈ, ਇੱਕੋ ਹੀ ਪਾਰਟ ਹੈ ਆਪਣਾ, ਫਿਰ ਤਾਂ ਆਪਾਂ ਇਫ ਯੂਜ਼ ਕਰ ਸਕਦੇ ਹਾਂ। ਜਦੋਂ ਦੋ ਪਾਰਟ ਹੈ ਇੱਕੋ ਹੀ ਕੰਡੀਸ਼ਨ ਦੇ, ਮਤਲਬ ਗ੍ਰੇਟਰ ਦੈਨ 5 ਤੇ ਇਹ ਪ੍ਰਿੰਟ ਹੋਵੇ, ਲੈਸ ਦੈਨ ਜਾਂ ਇਕੁਅਲ ਟੂ 5 ਤੇ ਇਹ ਪ੍ਰਿੰਟ ਹੋਵੇ, ਉੱਥੇ ਆਪਾਂ ਯੂਜ਼ ਕਰ ਸਕਦੇ ਹਾਂ ਐਲਸ। ਐਲਸ ਬੇਸਿਕਲੀ ਕੀ ਚੀਜ਼ ਹੈ ਆਪਣੀ, ਜਦੋਂ ਆਪਣੀ ਕਿਸੇ ਕੰਡੀਸ਼ਨ ਦੇ ਅਕੋਰਡਿੰਗ ਆਪਣੀ ਇੱਕ ਕੰਡੀਸ਼ਨ ਹੈ, ਉਸ ਕੰਡੀਸ਼ਨ ਦੇ ਦੋ ਪਾਰਟ ਹੈ, ਇੱਕ ਤਾਂ ਉਸਦੇ ਟਰੂ ਹੋਣ ਤੇ ਚੱਲੇ, ਇੱਕ ਉਸਦੇ ਫਾਲਸ ਹੋਣ ਤੇ ਚੱਲੇ। ਲਾਈਕ ਇਫ ਇੱਥੇ ਕੰਡੀਸ਼ਨ ਹੈ ਆਪਣੀ ਰਿਕੁਆਇਰਮੈਂਟ ਕੀ ਹੈ, ਅਗਰ ਇਹ ਕੰਡੀਸ਼ਨ ਟਰੂ ਹੈ ਫਿਰ ਤਾਂ ਇਹ ਪਾਰਟ ਚੱਲੇ, ਅਗਰ ਇਹ ਕੰਡੀਸ਼ਨ ਫਾਲਸ ਹੈ ਫਿਰ ਇਹ ਪਾਰਟ ਚੱਲੇ। ਉਦੋਂ ਆਪਾਂ ਯੂਜ਼ ਕਰਦੇ ਹਾਂ ਇਫ ਐਲਸ। ਲਾਈਕ ਜਿਵੇਂ ਆਪਾਂ ਇਸ ਕੇਸ 'ਚ ਕੀਤਾ ਹੈ, ਇਫ ਏ ਗ੍ਰੇਟਰ ਦੈਨ 5 ਤਾਂ ਕੀ ਪ੍ਰਿੰਟ ਹੋ ਜੇ, ਗੁੱਡ, ਐਲਸ ਕੀ ਪ੍ਰਿੰਟ ਹੋ ਜੇ ਆਪਣਾ, ਬੈਡ। ਜਦੋਂ ਦੋ ਕੰਡੀਸ਼ਨ ਹੈ, ਦੋ ਪਾਰਟ ਹੈ, ਫਿਰ ਇਹ ਅਗਰ ਦੋ ਤੋਂ ਜ਼ਿਆਦਾ ਪਾਰਟ ਹੋ ਜਾਂਦੇ ਹੈ ਫਿਰ ਆਪਾਂ ਐਲਸ ਇਫ ਯੂਜ਼ ਕਰ ਸਕਦੇ ਹਾਂ। ਲਾਈਕ ਮੇਰੀ ਰਿਕੁਆਇਰਮੈਂਟ ਹੈ ਲੈਸ ਦੈਨ 5 ਤੇ ਬੈਡ ਇਫ ਏ ਇਕੁਅਲ ਟੂ 5 ਹੈ। ਇੱਥੇ ਮੇਰੀ ਰਿਕੁਆਇਰਮੈਂਟ ਕੁਝ ਹੋਰ ਹੈ, ਮੈਂ ਕੁਝ ਹੋਰ ਪ੍ਰਿੰਟ ਕਰਨਾ ਹੈ, ਨਾ ਗੁੱਡ ਨਾ ਬੈਡ, ਸਪੋਜ਼ ਆਪਾਂ ਪ੍ਰਿੰਟ ਕਰਤਾ ਐਵਰੇਜ। ਮਤਲਬ ਹੁਣ ਆਪਣੀਆਂ ਕੰਡੀਸ਼ਨਸ ਕਿੰਨੀਆਂ ਹੋ ਗਈਆਂ, ਆਪਣੀਆਂ ਤਿੰਨ ਪਾਰਟ ਆਪਣੇ ਮੇਨ ਹੋ ਗਏ। ਫਸਟ ਕੀ ਹੋ ਗਿਆ ਆਪਣਾ, ਗ੍ਰੇਟਰ ਦੈਨ 5 ਤੇ ਗੁੱਡ, ਲੈਸ ਦੈਨ 5 ਤੇ ਬੈਡ, ਇਕੁਅਲ ਟੂ 5 ਤੇ ਆਪਾਂ ਕੀ ਪ੍ਰਿੰਟ ਕਰਤਾ, ਐਵਰੇਜ ਪ੍ਰਿੰਟ ਕਰਤਾ। ਲਾਈਕ ਪ੍ਰੋਗਰਾਮ ਐਗਜ਼ੀਕਿਊਟ ਕਰਕੇ ਦੇਖਦੇ ਹਾਂ, 7 ਤੇ ਕੀ ਹੈ, ਗੁੱਡ ਹੈ, 3 ਤੇ ਕੀ ਹੈ, ਬੈਡ ਹੈ, ਇਕੁਅਲ ਟੂ 5 ਤੇ ਕੀ ਹੈ, ਐਵਰੇਜ ਹੈ। ਮਤਲਬ ਤਿੰਨ ਪਾਰਟ ਦੇ ਵਿੱਚ ਵੰਡਿਆ ਗਿਆ। ਜਦੋਂ ਪ੍ਰੋਗਰਾਮ ਤਿੰਨ ਪਾਰਟਸ ਵੰਡਿਆ ਗਿਆ, ਆਪਾਂ ਇੱਥੇ ਐਲਸ ਨਹੀਂ ਯੂਜ਼ ਕਰ ਸਕਦੇ। ਜੋ ਐਲਸ ਹੈ ਉਹ ਕੇਵਲ ਇੱਕ ਇਫ ਦੇ ਨਾਲ ਹੈ, ਮਤਲਬ ਇਹ ਐਲਸ ਕਿਸ ਦਾ ਪਾਰਟ ਹੈ, ਇਸ ਇਫ ਦਾ ਪਾਰਟ ਹੈ, ਇਸ ਇਫ ਨਾਲ ਉਸਨੂੰ ਕੋਈ ਮਤਲਬ ਨਹੀਂ ਹੈ। ਮਤਲਬ ਲਾਈਕ ਅਗਰ ਮੈਂ ਪ੍ਰਿੰਟ ਕਰਾਂ, ਇਸ ਪ੍ਰੋਗਰਾਮ ਨੂੰ ਰਨ ਕਰਕੇ ਦੇਖਦੇ ਹਾਂ ਆਪਾਂ ਇੱਕ ਵਾਰ। ਮੈਂ ਪ੍ਰਿੰਟ ਕਰਤਾ 4, a is less than 4, greater than 4, ਇਹ ਪਾर्ट ਤਾਂ ਚੱਲਣਾ ਨਹੀਂ, a is less than 4, yes, ਉਸਨੇ ਕੀ ਪ੍ਰਿੰਟ ਕਰਤਾ ਹੈ, bad, else ਨਹੀਂ ਚੱਲੂਗਾ। else ਪਾर्ट ਆਪਣਾ ਇੱਥੇ ਕੀ ਚੱਲੂਗਾ, ਆਪਣਾ bad ਪ੍ਰਿੰਟ ਹੋਊਗਾ, ਮਤਲਬ else ਵਾਲਾ ਪਾर्ट ਨਹੀਂ ਐਗਜ਼ੀਕਿਊਟ ਹੋਊਗਾ ਆਪਣਾ। ਪਰ ਅਗਰ ਆਪਣਾ ਡਿਲੀਟ ਹੋ ਗਿਆ ਸ਼ਾਇਦ ਇਹ, ਅਗਰ ਆਪਣਾ a greater than 5, ਜਿਵੇਂ ਇਸ ਕੇਸ ਦੇ ਵਿੱਚ ਮੈਂ 10 ਪਾ ਦਾਂ, a greater than 5, yes, ਉਸਨੇ ਗੁੱਡ ਪ੍ਰਿੰਟ ਕਰਤਾ। ਅੱਗੇ ਵੀ ਉਹਨੇ ਦੇਖਿਆ a less than 5, no, a is 10 ਹੈ, so a is not less than 5, ਤਾਂ ਉਸਨੇ else ਵੀ ਚਲਾ ਦੇਣਾ। ਮਤਲਬ ਇਸ ਕੇਸ ਦੇ ਵਿੱਚ ਉਹਨੇ ਗੁੱਡ ਤੇ ਐਵਰੇਜ ਦੋਨੇ ਲਿਖਦੇ ਨੇ, ਕਿਉਂਕਿ ਇਹ else ਕਿਸ ਨਾਲ ਰਿਲੇਟਡ ਹੈ, ਇਸ ਇਫ ਨਾਲ। ਅਗਰ ਆਪਾਂ else ਸਟੇਟਮੈਂਟ ਵੀ ਲਾਣੀ ਹੈ ਤੇ ਕੰਡੀਸ਼ਨ ਵੀ ਦੋ ਤੋਂ ਜ਼ਿਆਦਾ ਹੈ, ਫਿਰ ਸਾਨੂੰ ਫਸਟ ਇਫ ਦੇ ਪਹਿਲੇ ਕੰਡੀਸ਼ਨ ਦੇ ਨਾਲ ਇਫ, ਬਾਕੀ ਸਾਰਿਆਂ ਦੇ ਨਾਲ ਆਪਾਂ ਨੂੰ ਲਗਾਉਣਾ ਪੈਣਾ else ਇਫ। ਇਹ ਚੀਜ਼ ਕਿਹੜੀ, ਇਹ ਆਪਣਾ ਕਿਹੜਾ ਪਾਰਟ ਬਣ ਗਿਆ, ਇਫ else ਇਫ। ਮਤਲਬ 55 ਤੇ ਗੁੱਡ, 3 ਤੇ ਬੈਡ, 5 ਤੇ ਐਵਰੇਜ। ਜਦੋਂ ਆਪਾਂ ਇੱਕ ਤੋਂ ਜ਼ਿਆਦਾ ਕੰਡੀਸ਼ਨਸ ਹੈ ਆਪਣੀਆਂ, ਫਿਰ ਆਪਾਂ ਪਹਿਲੀ ਤੇ ਇਫ, ਫਿਰ else ਇਫ, else ਇਫ, else ਇਫ ਜਿੰਨੀ ਵਾਰ ਮਰਜੀ, ਫਿਰ ਲਾਸਟ ਦੇ ਵਿੱਚ else ਜੋ ਕਿ ਆਪਸ਼ਨਲ ਹੋ ਸਕਦਾ ਹੈ ਆਪਣਾ। ਦੈਨ ਆ ਗਿਆ ਆਪਣਾ ਨੈਸਟਡ ਇਫ। ਨੈਸਟਡ ਇਫ ਦਾ ਮਤਲਬ ਹੈ ਇੱਕ ਇਫ ਦੇ ਅੰਦਰ ਇੱਕ ਹੋਰ ਇਫ ਲਗਾਉਣਾ ਹੈ। ਇਹ ਕਿਸ ਦਾ ਪਾਰਟ ਹੋ ਗਿਆ, ਨੈਸਟਡ ਇਫ। ਜਿਵੇਂ ਆਪਾਂ ਸਿੰਪਲ ਸਮਝਣ ਲਈ ਦੇਖ ਸਕਦੇ ਹਾਂ, ਆਪਾਂ ਸਿੰਪਲ ਪ੍ਰੋਗਰਾਮ ਬਣਾਉਣ ਦੀ ਟਰਾਈ ਕਰਦੇ ਹਾਂ। ਜਿਵੇਂ ਸਪੋਜ਼ ਆਪਾਂ ਗੱਲ ਕਰੀਏ, ਗ੍ਰੇਟੈਸਟ ਫਰੋਮ 3 ਨੰਬਰ ਹੈ, ਇਫ a greater than b, ਅਗਰ a b ਤੋਂ ਗ੍ਰੇਟਰ ਹੈ ਤਾਂ ਆਪਾਂ ਕਹਿ ਸਕਦੇ ਹਾਂ ਵੀ a is greater no,
क्योंकि अपने वेरीएबल किन्ने है ए बी सी, 3 वेरीएबल है। फिर सानू एक इफ होर लगानी पैनी, इफ ए ग्रेटर दैन सी, फिर ਆਪਾਂ लिखांगे SOP ए इज ग्रेटर, मतलब पहला एक इफ ट्रू है, फिर अंदर गए उस दे अंदर एक इफ होर चेक होई। सिमिलरली एक अपन नूं लगानी पैनी बी ग्रेटर दैन ए, बी ग्रेटर दैन सी, SOP बी इज ग्रेटर। सिमिलरली एक इफ अपन नूं लगानी पैनी सी दे लई। मतलब ਜਿਹੜਾ ਮੇਨ ਪਾਰਟ ਹੈ ਆਪਣਾ ਸਮਝਣ ਵਾਲਾ ਹੈ ਉਹ ਇਹ ਹੈ ਵੀ ਇੱਕ ਇਫ ਦੇ ਅੰਦਰ ਆਪਾਂ ਇੱਕ ਇਫ ਹੋਰ ਲਗਾਈ ਹੈ, ਉਸ ਨੂੰ ਆਪਾਂ ਕਹਿੰਦੇ ਆ ਨੈਸਟਡ ਇਫ। ਦੈਨ ਜੋ ਨੈਕਸਟ ਪਾਰਟ ਹੈ ਆਪਣਾ ਇਸ ਦੇ ਵਿੱਚ ਉਸ ਸਵਿਚ ਕੇਸ ਹੈ। ਸਵਿਚ ਕੇਸ ਵੀ ਸੇਮ ਉਹੀ C++ ਦੀ ਤਰ੍ਹਾਂ ਹੀ ਹੈ, ਸਵਿਚ ਦੈਨ ਉਸ ਦੇ ਵਿੱਚ ਜੋ ਵੈਲਿਊ ਹੈ ਆਪਣੀ, ਦੈਨ ਜੋ ਆਪਾਂ ਉਸ ਦੇ ਕੇਸ ਬਣਾਉਣੇ ਆ, ਕੇਸ 1 ਦੇ ਵਿੱਚ ਇਹ ਚੱਲੇ, ਕੇਸ 2 ਦੇ ਵਿੱਚ ਇਹ ਚੀਜ਼ਾਂ ਚੱਲਣ। ਇਸ ਦੀ ਆਪਾਂ ਐਗਜ਼ਾਮਪਲ ਮੈਂ ਇੱਕ ਤੁਹਾਡੀ ਡਿਸਕ੍ਰਿਪਸ਼ਨ 'ਚ ਦੇ ਦੂੰਗਾ ਜਾਂ ਇੱਕ ਪਿਕ ਲਗਾ ਦਾਂਗੇ ਇਸ ਵੀਡੀਓ ਦੇ ਨਾਲ ਹੀ, ਠੀਕ ਹੈ ਨਾ। ਇਹ ਸਾਰੇ ਕਰਕੇ ਦੇਖਣੇ ਆ, ਇਫ ਐਲਸ ਇਫ, ਨੈਸਟਡ ਇਫ ਤੇ ਸਵਿਚ ਕੇਸ। ਸੇਮ ਲੌਜਿਕ ਹੈ C++ ਵਾਲੇ। ਜਾਵਾ ਦੇ ਵਿੱਚ ਵੀ ਇਸ ਦੇ 2-3 ਪ੍ਰੋਗਰਾਮ ਬਣਾ ਕੇ ਦੇਖਣੇ ਆ, ਜਿਵੇਂ ਹੋ ਸਕਦੇ ਆ ਗ੍ਰੇਟੈਸਟ ਫਰੋਮ 3 ਨੰਬਰਸ, ਮਿਡਲ ਨੰਬਰ ਫਰੋਮ 3 ਨੰਬਰਸ, 3 ਦੇ ਵਿੱਚੋਂ ਮਿਡਲ ਨੰਬਰ ਫਾਈਂਡ ਕਰਨਾ, ਲਾਈਕ 10 20 15, ਮਿਡਲ ਨੰਬਰ ਕਿਹੜਾ ਹੈ ਆਪਣਾ 15। ਇਸ ਦਾ ਪ੍ਰੋਗਰਾਮ ਬਣਾ ਕੇ ਦੇਖਣਾ ਤੁਸੀਂ। ਇਫ ਦੇ ਵਿੱਚ ਬਣਾ ਲਿਓ, ਇਫ ਐਲਸ ਬਣਾ ਲਿਓ, ਨੈਸਟਡ ਇਫ ਦੇ ਵਿੱਚ ਬਣਾ ਲਿਓ। ਸਵਿਚ ਕੇਸ 'ਚ ਨਹੀਂ ਟਰਾਈ ਕਰਾਂਗੇ, ਇਹ ਸਵਿਚ ਕੇਸ ਆਪਣੇ ਕੇਸਿਸ ਦੇ ਅਕੋਰਡਿੰਗ ਹੁੰਦਾ, ਜਿਵੇਂ ਕੋਈ ਮੈਨਿਊ ਡਰਿਵਨ ਪ੍ਰੋਗਰਾਮ ਬਣਾਉਣਾ। ਚਲੋ ਇਸ ਦੀ ਪ੍ਰੈਕਟਿਸ ਕਰਿਓ। ਅਗਰ ਕੋਈ ਕਨਫਿਊਜ਼ਨ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ।